सत श्री अकाल दोस्तों, तुसी वेख रहे हो डोर स्टैप एजुकेशन पॉइंट। उम्मीद करदा तुसी सारे वधिया होवोगे। सो दोस्तों, अज दी अपनी जिहड़ी क्लास है ये क्लास नंबर 8 है, जिथे आपां अंग्रेजी पैडागोजी के कुछ प्रश्नों को डिस्कस करन जा रहे हैं। तो अज दी क्लास पेपर 1 ते पेपर 2 दोनों का ही जिहड़ा सिलेबस है जी वो कवर करती है। वीडियो को शुरू करने तो पहला जेकर तुसी अपने इस चैनल को हजे भी सबसक्राइब नहीं किया है तो सबसक्राइब बटन पर जरूर क्लिक कर लियो जी। तो नाल ही जिहड़ा बैल आइकन होएगा तुसी उन्होंने भी प्रेस कर लेना है। तो वीडियो को शुरू करने तो पहला वीडियो को लाइक भी कर लो जी। तो शुरू करते हैं अज के अपने पहले प्रश्न तो। पहला जिहड़ा प्रश्न है, इन अ डाइवर्स क्लासरूम लर्नर्स फाइंड इट डिफिकल्ट टू स्पीक एंड राइट गुड इंग्लिश एंड ऑफन लैप्स इनटू देयर मदर टंग बिकॉज। डाइवर्स क्लासरूम है जी, मतलब कि बहुत सारिया भाषावां बोलने वाले बच्चे हैगे आ जी। ਜਿਹੜੇ ਲਰਨਰਸ ਹੈਗੇ ਆ ਕੀ ਹੈ ਜੀ, ਜਿਹੜੇ ਲਰਨਰਸ ਹੈਗੇ ਆ ਉਹਨਾਂ ਨੂੰ ਸਮੱਸਿਆਵਾਂ ਹੋ ਰਹੀਆਂ ਨੇ ਜੀ, ਡਿਫਿਕਲਟੀਜ਼ ਹੋ ਰਹੀ ਆ ਕੀ ਬੋਲਣ ਦੇ ਵਿੱਚ, ਅੰਗਰੇਜ਼ੀ ਬੋਲਣ ਦੇ ਵਿੱਚ। ਆਪਾਂ ਪੜ੍ਹ ਕੀ ਰਹੇ ਆ, ਅੰਗਰੇਜ਼ੀ ਪੈਡਾਗੋਜੀ ਪੜ੍ਹ ਰਹੇ ਆ ਤੇ ਉਹਨਾਂ ਨੂੰ ਗੁੱਡ ਇੰਗਲਿਸ਼ ਬੋਲਣ ਦੇ ਵਿੱਚ ਕੀ ਹੋ ਰਹੀ ਹੈ ਜੀ, ਸਮੱਸਿਆ ਹੋ ਰਹੀ ਹੈ। ਐਂਡ ਆਫਨ ਲੈਪਸ ਇਨਟੂ देयर ਮਦਰ ਟੰਗ ਬਿਕॉज ਕੀ ਅਕਸਰ ਕੀ ਕਰਦੇ ਨੇ ਜੀ, ਅੰਗਰੇਜ਼ੀ ਬੋਲਦੇ ਬੋਲਦੇ ਉਹ ਜਿਹੜੀ ਉਹਨਾਂ ਦੀ ਮਾਤ ਭਾਸ਼ਾ ਹੁੰਦੀ ਹੈ, ਮਦਰ ਟੰਗ ਹੈ ਜੀ, ਉਹਦੇ ਵਿੱਚ ਉਹ ਗੱਲ ਕਰਨ ਲੱਗ ਜਾਂਦੇ ਨੇ। ਸੋ ਇਹਦਾ ਕੀ ਕਾਰਨ ਹੋ ਸਕਦਾ ਹੈ ਜੀ, ਦੇ ਆਰ ਨਾਟ ਮੋਟੀਵੇਟਡ ਟੂ ਲਰਨ ਇਨ ਇੰਗਲਿਸ਼, कि उन्होंने विच मोटिवेशन की घाट है, ये करके नहीं सीख पा रहे या फिर बोल पा रहे अंग्रेजी नूं। या फिर ऑप्शन नंबर बी, द लैक एनफ कॉम्पिटेंस इन द टारगेट लैंग्वेज एंड द स्ट्रक्चर ऑफ द टू लैंग्वेज आर डिफरेंट, कि जिहड़ी टारगेट लैंग्वेज हैगी है ਉਹਦੇ ਵਿੱਚ ਬੋਲਣ ਲਈ ਉਹਨਾਂ ਦੀ ਇੰਨੀ ਯੋਗਤਾ ਹੈ ਨਹੀਂ ਤੇ ਜਿਹੜੀ ਉਹ ਭਾਸ਼ਾ ਬੋਲ ਰਹੇ ਨੇ ਤੇ ਜਿਹੜੀ ਉਹਨਾਂ ਦੀ ਮਤਲਬ ਕਿ ਭਾਸ਼ਾ ਉਹਨਾਂ ਦੀ ਨੇਟਿਵ ਲੈਂਗੁਏਜ ਹੈਗੀ ਆ, ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ ਜੀ ਉਹ ਵੀ ਕਾਫੀ ਹੈ। ਇਹਦੇ ਕਰਕੇ ਹੋ ਰਿਹਾ ਜਾਂ ਫਿਰ ਦੇ ਡੂ ਨਾਟ ਹੈਵ ਦ ਐਬਿਲਿਟੀ ਟੂ ਲਰਨ ਇੰਗਲਿਸ਼, ਕਿ ਉਹਨਾਂ ਕੋਲ ਐਬਿਲਿਟੀ ਹੀ ਹੈ ਨਹੀਂ ਅੰਗਰੇਜ਼ੀ ਸਿੱਖਣ ਲਈ, ਜਾਂ ਫਿਰ ਦੇ ਆਰ ਸਲੋ ਲਰਨਰਸ, ਉਹ ਸਲੋ ਲਰਨਰਸ ਹੈਗੇ ਤਾਂ ਕਰਕੇ ਉਹ नहीं सीख पा रहे। सो ऑप्शन नंबर ए तो हो गया गलत कि दे आर नॉट मोटिवेटेड टू लर्न इंग्लिश। ये मोटिवेशन की ठीक है लोड़ पैंदी तो है, बट ਇਹਦਾ मतलब ये नहीं कि जेकर वो बोल नहीं पा रहे या फिर कह लो भी है ना उन्होंने थोड़ी बहुत प्रॉब्लम आ रही है तो मोटिवेटेड नहीं है। तो वैसे सही जवाब होगा ऑप्शन नंबर बी, द लैक एनफ दे लैक एनफ कॉम्पिटेंस इन द टारगेट लैंग्वेज, कि जिहड़ी भी योग्यता हैगी है जी जिहड़ी टारगेट लैंग्वेज नूं बोलण दी, वो योग्यता उन्हां कोल इन्नी ज़्यादा है नहीं। ਤੇ ਇਹਨਾਂ ਦੀਆਂ ਜਿਹੜੀਆਂ ਦੋਵੇਂ ਭਾਸ਼ਾਵਾਂ ਨੇ ਜੀ ਇਹਨਾਂ ਦੇ ਵਿੱਚ ਵੀ ਕਾਫੀ ਤੁਹਾਨੂੰ ਡਿਫਰੈਂਸ ਵੇਖਣ ਨੂੰ ਮਿਲਦਾ ਹੈ। ਸੋ ਆਪਸ਼ਨ ਨੰਬਰ ਬੀ ਨੂੰ ਤੁਸੀਂ ਕਰੋਗੇ ਟਿਕ ਤੇ ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਸਟੂਡੈਂਟਸ ਨੀਡ ਟੂ ਬ੍ਰੇਨਸਟਾਰਮ ਆਈਡੀਆਜ਼, ਆਰਗੇਨਾਈਜ਼ them, draft, edit and revise their work is a process related to, कि ਜਦੋਂ ਬੱਚੇ ਕੀ ਕਰਦੇ ਨੇ ਜੀ, ਬ੍ਰੇਨਸਟਾਰਮ ਆਈਡੀਆਜ਼ ਕਰਦੇ ਨੇ। ਬ੍ਰੇਨਸਟਾਰਮ ਆਈਡੀਆਜ਼ ਦੀ ਮੈਂ ਗੱਲ ਪਹਿਲਾਂ ਵੀ ਤੁਹਾਨੂੰ ਸਮਝਾਈ ਹੋਈ ਹੈ ਜੀ। ਇਹਦੇ ਵਿੱਚ ਜਦੋਂ ਵੀ ਸਟੂਡੈਂਟਸ ਬੱਚੇ ਆਪਦੇ ਆਈਡੀਆਜ਼ ਨੂੰ ਬ੍ਰੇਨਸਟਾਰਮ ਕਰਨ ਤੋਂ ਬਾਅਦ ਉਹਨਾਂ ਨੂੰ ਆਰਗੇਨਾਈਜ਼ ਕਰਦੇ ਆ ਜੀ, ਆਰਗੇਨਾਈਜ਼ ਕਰਨ ਤੋਂ ਬਾਅਦ ਉਹਨਾਂ ਦਾ ਡਰਾਫਟ ਬਣਾਉਂਦੇ ਆ, ਉਹਨੂੰ ਐਡਿਟ ਕਰਦੇ ਆ, ਫਿਰ ਰਿਵਾਈਜ਼ ਕਰਦੇ ਆ, ਠੀਕ ਹੈ ਜੀ। देयर वर्क, ਇਹ ਪ੍ਰੋਸੈਸ ਹੈ ਕੀ ਹੈ, ਕਿ ਇਹ ਰੀਡਿੰਗ ਦੇ ਵਿੱਚ ਆਪਾਂ ਕੰਮ ਕਰਦੇ ਆ, ਕਿ ਇਹ ਰਾਈਟਿੰਗ ਦੇ ਵਿੱਚ ਕੰਮ ਕਰਦੇ ਆ, ਲਿਸਨਿੰਗ ਸਕਿੱਲ ਦੇ ਵਿੱਚ ਕਰਦੇ ਆ, ਜਾਂ ਫਿਰ ਸਪੀਕਿੰਗ ਸਕਿੱਲ ਦੇ ਵਿੱਚ ਕਰਦੇ ਆ। ਇਹ ਸਾਰੇ ਜਿਹੜੇ ਕੰਮ ਹੈਗੇ ਆ ਜੀ ਆਪਾਂ ਰਾਈਟਿੰਗ ਸਕਿੱਲ ਦੇ ਵਿੱਚ ਕਰਦੇ ਆ, ਠੀਕ ਹੈ ਜੀ। ਰਾਈਟਿੰਗ ਸਕਿੱਲ ਇਹਦਾ ਸਹੀ ਜਵਾਬ ਹੋਏਗਾ। ਤੇ ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਟਰੂ ਅਬਾਊਟ ਗ੍ਰਾਮਰ ਟ੍ਰਾਂਸਲੇਸ਼ਨ ਮੈਥਡ। ਗ੍ਰਾਮਰ ਟ੍ਰਾਂਸਲੇਸ਼ਨ ਮੈਥਡ ਇੱਕ ਇਹੋ ਜਿਹਾ ਮੈਥਡ ਹੈ ਜੀ ਜਿਹਦੇ ਥਰੂ ਬੱਚਿਆਂ ਨੂੰ ਅੰਗਰੇਜ਼ੀ ਸਿਖਾਈ ਜਾਂਦੀ ਹੈ ਜੀ, ਜਾਂ ਫਿਰ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ। ਇਹ ਕਾਫੀ ਪੁਰਾਣਾ ਮੈਥਡ ਹੈ ਜੀ, ਇਹਨੂੰ ਟ੍ਰੈਡੀਸ਼ਨਲ ਮੈਥਡ ਵੀ ਤੁਸੀਂ ਕਹਿੰਦੇ ਹੋ। ਸੋ ਗ੍ਰਾਮਰ ਟ੍ਰਾਂਸਲੇਸ਼ਨ ਮੈਥਡ ਦੇ ਵਿੱਚ ਇਹਨਾਂ ਦੇ ਵਿੱਚ ਸਾਰੀਆਂ ਆਪਸ਼ਨਾਂ ਨੂੰ ਪੜ੍ਹਨਾ ਹੈ। ਇਸ ਤੋਂ ਬਾਅਦ ਆ ਥੱਲੇ ਜਿਹੜੇ ਆਪਸ਼ਨ ਹੈ ਜੀ ਇਹਨਾਂ ਦਾ ਜਵਾਬ ਦੇਣਾ ਹੈ। ਦ ਟੀਚਰ ਮਸਟ ਨੋ बोथ द लैंग्वेजेस, मतलब ये जिवें मान लो कि बच्चा पंजाब का है तो वह जिहड़ा टीचर होएगा उन्होंने पंजाबी भी बोलनी आनी चाहिए है तो अंग्रेजी भी आनी चाहिए है। तो ऑप्शन नंबर टू नहीं, मतलब कि इन्हों आप अगे भी वेखांगे। ऑप्शन नंबर 2 वेखो, द स्पोकन एस्पैक्ट ऑफ द लैंग्वेज इज नॉट स्ट्रैस्ड, कि जिहड़ी लैंग्वेज ਆਪਾਂ ਬੋਲਾਂਗੇ स्पोकन एस्पैक्ट ਜਿਹੜੀ ਹੋਊਗੀ ਉਹਦੇ ਤੇ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ, ਠੀਕ ਹੈ ਜੀ। ਮੇਨਲੀ ਆਪਾਂ ਲਿਖਾਈ ਤੇ ਹੀ ਜ਼ੋਰ ਦਿੰਨੇ ਆ ਜਾਂ ਫਿਰ ਰੀਡਿੰਗ ਤੇ ਜ਼ੋਰ ਦਿੰਨੇ ਆ। ਗ੍ਰਾਮਰ ਰੂਲਸ ਆਰ ਟੂ ਬੀ ਮੈਮੋਰਾਈਜ਼ਡ, ਜਿਹੜੇ ਵੀ ਗ੍ਰਾਮਰਸ ਦੇ ਰੂਲ ਹੁੰਦੇ ਆ ਜੀ, ਨੇਮ ਹੁੰਦੇ ਆ, ਆਪਾਂ ਉਹਨਾਂ ਨੂੰ ਯਾਦ ਕਰਨਾ ਹੁੰਦਾ ਹੈ। ਤੇ ਆਪਸ਼ਨ ਨੰਬਰ ਡੀ। 4 ਐਕਸਰਸਾਈਜ਼ਸ ਆਰ ਮੋਸਟਲੀ ਸੈਂਟੈਂਸ ਬੇਸਡ, ਬਾਅਦ ਵਿੱਚ ਕਨਸੈਪਟ ਸਮਝਣ ਤੋਂ ਬਾਅਦ ਜਿਹੜੇ ਵੀ ਮਤਲਬ ਕੁਐਸਚਨ ਆਨਸਰ ਤੁਹਾਡੇ ਤੋਂ ਪੁੱਛੇ ਜਾਂਦੇ ਆ, ਐਕਸਰਸਾਈਜ਼ ਕਰਵਾਈ ਜਾਂਦੀ ਹੈ, ਪ੍ਰੈਕਟਿਸ ਕਰਵਾਈ ਜਾਂਦੀ ਹੈ, ਉਹ ਮੇਨਲੀ ਸੈਂਟੈਂਸ ਬੇਸਡ ਹੀ ਹੁੰਦੀ ਹੈ। ਸੋ ਦੋਸਤੋ ਦੱਸੋ ਇੱਥੇ ਕੀ ਜਵਾਬ ਹੋਏਗਾ ਜੀ, ਓਨਲੀ 1, ਓਨਲੀ 2 and 3, ਜਾਂ ਫਿਰ ਓਨਲੀ 1 and 4, ਜਾਂ ਫਿਰ all the above। ਵੈਸੇ ਦੋਸਤੋ ਇਹਦਾ ਜਵਾਬ ਹੋਏਗਾ ਜੀ ਡੀ, ਆਪਸ਼ਨ ਨੰਬਰ ਕਿ all the above, ਕਿ ਇਹ ਜਿਹੜੀਆਂ ਚਾਰੇ ਗੱਲਾਂ ਨੇ ਜੀ ਇਹ ਗ੍ਰਾਮਰ ਟ੍ਰਾਂਸਲੇਸ਼ਨ ਮੈਥਡ ਦੇ ਫੀਚਰਸ ਹੈਗੇ ਆ ਜੀ। ਇਹ ਚਾਰੇ ਗੱਲਾਂ ਕੀ ਫੋਲੋ ਕਰਦੀਆਂ ਨੇ ਜੀ ਗ੍ਰਾਮਰ ਟ੍ਰਾਂਸਲੇਸ਼ਨ ਦੇ ਵਿੱਚ ਮੈਥਡ ਦੇ ਵਿੱਚ ਇਹ ਹੁੰਦੀਆਂ ਨੇ ਕਿ ਜਿਹੜਾ ਟੀਚਰ ਹੁੰਦਾ ਹੈ ਉਹਨੂੰ ਦੋਵੇਂ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ ਜੀ। ਇਹਦੇ ਵਿੱਚ ਬਿਲਕੁਲ ਜੀ ਸਪੋਕਨ ਐਸਪੈਕਟ ਤੇ ਇੰਨਾ ਜ਼ੋਰ ਨਹੀਂ ਦਿੱਤਾ ਜਾਂਦਾ। ਜਿਹੜੇ ਗ੍ਰਾਮਰਸ ਰੂਲਸ ਹੈਗੇ ਆ ਉਹਨਾਂ ਨੂੰ ਯਾਦ ਕਰਨ ਦੀ ਗੱਲ ਕੀਤੀ ਜਾਂਦੀ ਹੈ ਜੀ। ਤੇ ਐਕਸਰਸਾਈਜ਼ ਜਿਹੜੀਆਂ ਹੁੰਦੀਆਂ ਨੇ ਜੀ ਉਹ ਮੇਨਲੀ ਸੈਂਟੈਂਸ ਬੇਸਡ ਹੀ ਹੁੰਦੀਆਂ ਨੇ। ਸੋ ਆਪਸ਼ਨ ਨੰਬਰ ਡੀ ਨੂੰ ਕਰੋਗੇ ਟਿਕ। ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਵਰਡ ਲਾਈਕ ਬ੍ਰੇਕ, ਬ੍ਰੇਕ, ਪੀਸ, ਪੀਸ
ਵੇਖੋ ਇਹਨਾਂ ਦੀ ਜਿਹੜੀ ਆਵਾਜ਼ ਹੈ ਉਹ ਕੀ ਹੈ ਜੀ ਸੇਮ ਹੈ, ਬਟ ਇਹਨਾਂ ਦਾ ਵੇਖੋ ਵੀ ਸਪੈਲਿੰਗ ਕੀ ਹੈ ਜੀ, ਸਪੈਲਿੰਗ ਡਿਫਰੈਂਟ ਹੈ ਤੇ ਇਹਨਾਂ ਦੇ ਮੀਨਿੰਗ ਵੀ ਡਿਫਰੈਂਟ ਹੈ। ਠੀਕ ਹੈ ਨਾ ਜੀ, ਇਹਨਾਂ ਦੇ ਵੇਖੋ ਵੀ ਸਪੈਲਿੰਗ ਇਹਨਾਂ ਦੇ ਹੈਗੇ ਆ ਡਿਫਰੈਂਟ, ਇਹਨਾਂ ਦੀ ਬਸ ਪ੍ਰੋਨੰਸੀਏਸ਼ਨ ਸੇਮ ਹੈ। ਤੇ ਜਿਨ੍ਹਾਂ ਦੀ ਪ੍ਰੋਨੰਸੀਏਸ਼ਨ ਸੇਮ ਹੁੰਦੀ ਆ ਕੀ ਤੁਸੀਂ ਉਹਨਾਂ ਨੂੰ ਹੋਮੋਨਿਮਸ ਕਹਿੰਦੇ ਹੋ, ਹੋਮੋਗ੍ਰਾਫਸ ਕਹਿੰਦੇ ਹੋ, ਉਹਨਾਂ ਨੂੰ ਹੋਮੋਫੋਨਸ ਕਹਿੰਦੇ ਹੋ, ਜਾਂ ਫਿਰ ਐਕਰੋਨੀਅਮਸ ਕਹਿੰਦੇ ਹੋ ਉਹਨਾਂ ਨੂੰ। ਤੁਸੀਂ ਇੱਕ ਟ੍ਰਿਕ ਦੇ ਥਰੂ ਯਾਦ ਕਰ ਲੈਣਾ ਹੈ ਕਿ ਜਿਨ੍ਹਾਂ ਵੀ ਵਰਡਸ ਦੀ ਆਵਾਜ਼ ਸੇਮ ਹੋਵੇ, ਪ੍ਰੋਨੰਸੀਏਸ਼ਨ मतलब कि सेम है, मतलब कि फोन तो याद कर लो, फोन तो की है जी मतलब कि उन्होंने आवाज सेम होएगी। तो इत्थे की जवाब हो गया जी ब्रेक ब्रेक, पीस पीस। ठीक है ना जी, एक कादी एग्जांपल है जी, ये हैगियां एग्जांपल्स होमोफोन्स दियां, ते इत्थे जवाब की होएगा जी होमोफोन्स इज द राइट आंसर। हुण तुसीं पुछोगे कि सर होमोनिम्स भी दस दो। होमोनिम्स वो वर्ड हुंदे आ जिन्हां दे स्पैलिंग भी सेम हुंदे आ ते प्रोनंसीएशन भी सेम हुंदी आ। एक वर्ड मैं जिवें लिख के विखा दिना जी, एक वर्ड में लिखता BANK बैंक लिखता, दूजा एक होर वर्ड लिखता मैं बैंक। बैंक वर्ड ਜਿਹੜੇ ਹੈਗੇ ਆ ਜੀ, ਇੱਕ ਤਾਂ ਹੋ ਗਿਆ बैंक ਜਿੱਥੇ ਤੁਸੀਂ ਜਾਂਦੇ ਹੋ ਪੈਸੇ ਕਢਾਉਣ, ਠੀਕ ਹੈ ਨਾ ਜੀ, ਤੇ ਦੂਜਾ ਜਿਹੜਾ ਵਰਡ ਹੋ ਗਿਆ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਰਿਵਰ ਬੈਂਕ। ਠੀਕ ਹੈ ਜੀ, ਨਦੀ ਦਾ ਜਿਹੜਾ ਕਿਨਾਰਾ ਹੈ ਤੁਸੀਂ ਉਹਨੂੰ ਵੀ ਬੈਂਕ ਕਹਿੰਦੇ ਹੋ। ਮਤਲਬ ਇਹ ਕਿ ਇਹਨਾਂ ਦੇ ਸਪੈਲਿੰਗ ਤਾਂ ਸੇਮ ਹੈ, ਇਹਨਾਂ ਦੀ ਪ੍ਰੋਨੰਸੀਏਸ਼ਨ ਵੀ ਸੇਮ ਹੈ, ਬਟ ਇਹਨਾਂ ਦੇ ਮੀਨਿੰਗ ਚੇਂਜ ਹੋ ਗਏ। ਤੇ ਇਹ ਕੀ ਹੈ ਜੀ, ਇਹਨੂੰ ਤੁਸੀਂ ਹੋਮੋਨਿਮਸ ਕਹਿੰਦੇ ਹੋ। ਉਮੀਦ ਕਰਦਾ ਗੱਲ ਤੁਸੀਂ ਸਮਝ ਗਏ ਹੋਵੋਗੇ। ਹੋਮੋਫੋਨਸ ਦੇ ਵਿੱਚ ਕੀ ਹੁੰਦਾ ਕਿ ਮੇਨਲੀ ਇਹਨਾਂ ਦਾ ਜਿਹੜੇ ਮੀਨਿੰਗ ਹੈਗੇ ਆ ਜੀ ਉਹ ਡਿਫਰੈਂਟ ਹੁੰਦੇ ਆ, ਤੇ ਇਹਨਾਂ ਦੀ ਜਿਹੜੀ ਪ੍ਰੋਨੰਸੀਏਸ਼ਨ ਹੁੰਦੀ ਆ ਉਹ ਤਾਂ ਸੇਮ ਹੁੰਦੀ ਹੈ, ਬਟ ਇਹਨਾਂ ਦੇ ਜਿਹੜੇ ਵਰਡਸ ਹੁੰਦੇ ਆ, ਜਿਹੜੇ ਵੀ ਆਪਾਂ ਵਰਡ ਵੇਖ ਰਹੇ ਆ, ਇਹਨਾਂ ਦੇ ਵਿੱਚ ਵੀ ਡਿਫਰੈਂਸ ਵੇਖਣ ਨੂੰ ਮਿਲੇਗਾ ਤੇ ਇਹਨਾਂ ਦੇ ਮੀਨਿੰਗ ਦੇ ਵਿੱਚ ਵੀ ਡਿਫਰੈਂਸ ਵੇਖਣ ਨੂੰ ਮਿਲਦਾ ਹੈ। ਫੋਨ ਤੋਂ ਯਾਦ ਕਰ ਲਿਓ ਕਿ ਇਹਨਾਂ ਦੀ ਜਿਹੜੀ ਪ੍ਰੋਨੰਸੀਏਸ਼ਨਸ ਹੁੰਦੀ ਹੈ ਜੀ ਉਹ ਸੇਮ ਹੁੰਦੀ ਹੈ ਬਸ। ਤੇ ਹੋਮੋਨਿਮਸ ਦੇ ਵਿੱਚ ਕੀ ਹੈ ਜੀ, ਇਹਨਾਂ ਦੀ ਪ੍ਰੋਨੰਸੀਏਸ਼ਨ ਸੇਮ ਹੋਏਗੀ, ਪ੍ਰੋਨੰਸੀਏਸ਼ਨ ਦੇ ਨਾਲ ਨਾਲ ਇਹਨਾਂ ਦੇ ਸਪੈਲਿੰਗ ਵੀ ਸੇਮ ਹੋਣਗੇ। ठीक है जी, बट मीनिंग की होएगा जी वो डिफरेंट होएगा। इस प्रश्न का जो जवाब सी जी वो आएगा ऑप्शन नंबर सी। ते हुण आपां चलदे हां जी अगले प्रश्न ते। अगला जो प्रश्न है जी इहदे विच तुहानूं इह पुछा जा रहा है फिगरिन्स फ्लैश कार्ड्स एंड फ्लिप चार्ट्स आर, ये की हुंदे ने जी, फिगरिन्स फ्लैश कार्ड्स एंड फ्लिप चार्ट्स की ये ऑडियो एड्स हुंदे ने, विजुअल एड्स हुंदे ने, ऑडियो विजुअल एड्स ਜਾਂ फिर ओरल एड्स। ਇਹ ਕੀ ਹੁੰਦੇ ਨੇ ਜੀ, ਜੇ ਆਪਾਂ ਗੱਲ ਕਰੀਏ ਤੁਸੀਂ ਫਲੈਸ਼ ਕਾਰਡ ਵੀ ਕਾਫੀ ਵਾਰ ਸੁਣਿਆ ਵੀ ਹੋਊਗਾ ਕਿ ਇਹਨਾਂ ਦੇ ਥਰੂ ਛੋਟੇ ਬੱਚਿਆਂ ਨੂੰ ਪੜਾਇਆ ਜਾਂਦਾ ਹੈ। ਸੋ ਮੇਨਲੀ ਇਹ ਫਲੈਸ਼ ਕਾਰਡ ਕੀ ਹੁੰਦੇ ਨੇ ਜੀ, ਤੁਸੀਂ ਇਹਦੇ ਤੋਂ ਅੰਦਾਜ਼ਾ ਲਗਾ ਲਿਆ ਹੋਣਾ ਕਾਰਡਸ ਮਤਲਬ ਇਹ ਕੀ ਹੈ ਜੀ, ਇਹ ਵਿਜ਼ੂਅਲ ਏਡਸ ਨੇ। ਠੀਕ ਹੈ ਜੀ, ਇਹ ਕੀ ਹੈ ਜੀ, ਵਿਜ਼ੂਅਲ ਏਡਸ ਨੇ, ਫਿਗਰੀਨਸ ਫਲੈਸ਼ ਕਾਰਡਸ ਐਂਡ ਫਲਿਪ ਚਾਰਟਸ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਵਿਜ਼ੂਅਲ ਏਡਸ ਉਹ ਏਡਸ ਹੁੰਦੇ ਆ ਜੀ ਜਿਨ੍ਹਾਂ ਨੂੰ ਤੁਸੀਂ ਵੇਖ ਸਕਦੇ ਹੋ, ਆਡੀਓ ਸੁਣਨ ਵਾਲੇ, ਆਡੀਓ ਵਿਜ਼ੂਅਲ ਜਿਨ੍ਹਾਂ ਨੂੰ ਸੁਣਿਆ ਵੀ ਜਾ ਸਕਦਾ ਹੈ ਤੇ ਵੇਖਿਆ ਵੀ ਜਾ ਸਕਦਾ ਹੈ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ लैंग्वेज एक्विजिशन डिवाइस, ਇਹਦਾ ਕੀ ਮਤਲਬ ਹੈ ਜੀ, ਇਹਦੀ ਆਪਾਂ ਕਾਫੀ ਵਾਰ ਗੱਲ ਕੀਤੀ ਹੈ ਜੀ LAD। ਮੇਨਲੀ ਇਹ ਨੋਮ ਚੋਮਸਕੀ ਨੇ ਦਿੱਤਾ ਸੀਗਾ ਜੀ, ਤੇ ਉਹ ਕੀ ਕਹਿੰਦੇ ਸੀਗੇ, ਇਹ ਕਾਫੀ ਵਾਰ ਰਿਪੀਟ ਵੀ ਹੋ ਚੁੱਕਿਆ। ਇਜ਼ ਰਿਸਪੌਂਸਿਬਲ ਫॉर पेरेंटल सेंसिटिविटी टुवर्ड चिल्ड्रंस नीड्स, रेफर टू द ब्लैक बॉक्स इन द SR थ्योरी। या फिर ऑप्शन नंबर सी इज अ कंपोनेंट ऑफ नेटिविस्ट थ्योरी ऑफ लैंग्वेज, या फिर ऑप्शन नंबर डी इज प्रेजेंट इन ऑल हायर ऑर्डर मैमल्स। ਇੱਥੇ ਸਹੀ ਜਵਾਬ ਹੈ ਜੀ ਕਿ ਇਹ ਨੇਟਿਵਿਸਟ ਥਿਊਰੀ ਆਫ ਲੈਂਗੁਏਜ, ਇਹ ਕੰਪੋਨੈਂਟ ਹੈ ਨੇਟਿਵਿਸਟ ਥਿਊਰੀ ਆਫ ਲੈਂਗੁਏਜ ਦਾ, ਜਿਹਦੇ ਵਿੱਚ ਨੇਟਿਵਿਸਟ ਕੌਣ ਸੀਗੇ ਜੀ, ਨੋਮ ਚੋਮਸਕੀ। ਇਹ ਕਹਿੰਦੇ ਸੀਗੇ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ, ਬੋਰਨ ਹੁੰਦਾ ਹੈ, ਤਾਂ ਆਪ ਦੇ ਨਾਲ ਕੁਝ ਜਿਹੜੀਆਂ ਕੁਆਲਿਟੀਆਂ ਨੇ ਲੈਂਗੁਏਜ ਵਾਲੀਆਂ ਉਹ ਨਾਲ ਹੀ ਲੈ ਕੇ ਆਉਂਦਾ। ਭਾਵ ਇਹ ਕਿ ਉਹਦੇ ਕੋਲ ਕੁਝ ਆਈਨੇਟ ਕੈਪੇਬਿਲਿਟੀਜ਼ ਹੁੰਦੀਆਂ ਨੇ ਭਾਸ਼ਾ ਤੋਂ ਸੰਬੰਧਿਤ। ਸੋ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਜੀ ਐਨ ਅਪਰੋਚ ਟੂ ਲੈਂਗੁਏਜ teaching which seeks to focus on language in its entirely rather than breaking it down into separate components such as reading, listening, writing, grammar etc. is known as। ਕਿ ਇੱਕ ਅਪਰੋਚ ਜਿਹਦੇ ਵਿੱਚ ਭਾਸ਼ਾ ਸਿੱਖਣ ਦੀ ਗੱਲ ਕੀਤੀ ਜਾ ਰਹੀ ਹੈ ਜੀ, which seeks to focus on language and entirely ਮਤਲਬ ਕਿ ਸਾਰੇ ਹੀ ਜਗ੍ਹਾ ਤੇ ਮਤਲਬ ਹਨਾ ਵੀ ਕੰਪਲੀਟਲੀ ਆਪਾਂ ਲੈਂਗੁਏਜ ਸਿੱਖਣ ਤੇ ਜ਼ੋਰ ਦਿੰਨੇ ਆ, rather than ਮਤਲਬ ਛੋਟੇ ਛੋਟੇ ਪਾਰਟਸ ਦੇ ਵਿੱਚ ਉਹਨੂੰ ਤੋੜਨਾ ਫਿਰ ਸਿੱਖਣਾ, ਸੈਪਰੇਟ ਕੰਪੋਨੈਂਟ ਸੱਚ ਐਸ ਰੀਡਿੰਗ, ਲਿਸਨਿੰਗ, ਰਾਈਟਿੰਗ, ਗ੍ਰਾਮਰ। ਇਹ ਕੀ ਹੋਊਗਾ ਜਿਹਦਾ ਜਵਾਬ ਕੀ ਹੈ, ਆਡੀਓ ਲਿੰਗੁਅਲ ਮੈਥਡ ਹੋਏਗਾ, ਸਾਇਲੈਂਟ ਵੇ ਹੋਏਗਾ, ਗ੍ਰਾਮਰ ਟ੍ਰਾਂਸਲੇਸ਼ਨ ਹੋਏਗਾ, ਜਾਂ ਫਿਰ ਹੋਲਿਸਟਿਕ ਅਪਰੋਚ ਹੋਏਗੀ। ਇੱਥੇ ਤੁਹਾਡਾ ਸਹੀ ਜਵਾਬ ਹੋਏਗਾ ਜੀ ਹੋਲਿਸਟਿਕ ਅਪਰੋਚ। ਹੋਲਿਸਟਿਕ ਅਪਰੋਚ ਦੇ ਵਿੱਚ ਹੁੰਦਾ ਕੀ ਹੈ, ਜਦੋਂ ਤੁਸੀਂ ਲੈਂਗੁਏਜ ਨੂੰ ਐਜ਼ ਅ ਐਂਟਾਇਰ ਠੀਕ ਹੈ ਜੀ ਸਿੱਖਦੇ ਹੋ, ਜਿਹਦੇ ਵਿੱਚ ਮੇਨਲੀ ਜਿਹੜਾ ਫੋਕਸ ਕੀਤਾ ਜਾਂਦਾ ਹੈ ਸਾਰਿਆਂ ਤੇ ਹੀ ਕੀਤਾ ਜਾਂਦਾ ਹੈ, ਮਤਲਬ ਕਿ ਲਿਸਨਿੰਗ, ਰਾਈਟਿੰਗ, ਗ੍ਰਾਮਰ ਤੇ ਰੀਡਿੰਗ ਸਾਰੀਆਂ ਹੀ ਚੀਜ਼ਾਂ ਤੇ ਫੋਕਸ ਕੀਤਾ ਜਾਏਗਾ। ਮਤਲਬ ਆਪਾਂ ਨੂੰ ਸਿੰਗਲ ਕੰਪੋਨੈਂਟਸ ਤੇ ਆਪਾਂ ਨਹੀਂ ਜੋੜ ਦਿੰਦੇ, ਆਪਾਂ ਕੰਪਲੀਟਲੀ ਓਵਰਆਲ ਹੋਲਿਸਟਿਕ ਅਪਰੋਚ ਨੂੰ ਫੋਲੋ ਕਰਦੇ ਹਾਂ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਵੇਖਦੇ ਹਾਂ ਜੀ ਅਗਲੇ ਪ੍ਰਸ਼ਨ ਨੂੰ। ਵੈਨ ਸਪੀਕਿੰਗ ਪੀਪਲ ਜਨਰਲੀ ਰੇਜ਼ ਐਂਡ ਲੋਅਰ ਦ ਪਿਚ ਆਫ देयर ਵੌਇਸ ਫਾਰਮਿੰਗ ਪਿਚ ਪੈਟਰਨ, ਦਿਸ ਇਜ਼ ਨੋਨ ਐਜ਼। ਵੀ ਜਦੋਂ ਲੋਕ ਬੋਲਦੇ ਆ
ਉਹ ਕੀ ਕਰਦੇ ਆ ਜੀ, ਆਪਦੀ ਜਿਹੜੀ ਆਵਾਜ਼ ਹੁੰਦੀ ਹੈ ਉਹਨੂੰ ਕਦੇ ਲੋਅਰ ਕਰ ਦਿੰਦੇ ਆ, ਉਹਨਾਂ ਦੀ ਜਿਹੜੀ ਪਿਚ ਹੁੰਦੀ ਹੈ ਕਦੇ ਉਹਨੂੰ ਹਾਈਅਰ ਕਰ ਦਿੰਦੇ ਆ। ਸੋ ਇਹਦੇ ਨਾਲ ਹੁੰਦਾ ਕੀ ਹੈ, ਇਹ ਕੀ ਹੈ, ਕੀ ਇਹ ਵੌਇਸ ਹੈ, ਕੀ ਇਹ ਇੰਟੋਨੇਸ਼ਨ ਹੈ, ਕੀ ਇਹ ਟੋਨ ਹੈ, ਕੀ ਇਹ ਕੀ ਹੈ। ਜਿਵੇਂ ਮੈਂ ਵੀ ਬੋਲ ਰਿਹਾ ਹੁੰਨਾ, ਕਈ ਵਰਡ ਮੈਂ ਉੱਚੀ ਬੋਲਦਾ, ਠੀਕ ਹੈ ਜੀ, ਕਈ ਵਰਡ ਮੈਂ ਹੌਲੀ ਬੋਲਦਾ। ਸੋ ਜਦੋਂ ਵੀ ਮੈਂ ਅੰਗਰੇਜ਼ੀ ਸੈਂਟੈਂਸ ਪੜ੍ਹ ਰਿਹਾ ਹੁੰਨਾ ਤੇ ਉਹਦੇ ਨਾਲ ਕੀ ਹੁੰਦਾ ਹੈ ਜੀ, ਜਦੋਂ ਵੀ ਮੇਰੀ ਆਵਾਜ਼ ਦੇ ਵਿੱਚ ਜਿਹੜੀ ਪਿਚ ਹੈ ਕਦੇ ਹੌਲੀ ਹੋ ਜਾਂਦੀ ਹੈ, ਕਦੇ ਮਤਲਬ ਹਾਈਅਰ ਹੋ ਜਾਂਦੀ ਹੈ, ਇਹਦਾ ਕੀ ਮਤਲਬ ਇਹ ਹੈ ਕਿ ਇਹ ਇੰਟੋਨੇਸ਼ਨ ਹੈ। ਕੀ ਹੈ ਜੀ, ਇਹ ਇੰਟੋਨੇਸ਼ਨ ਹੈ। ਆਪਸ਼ਨ ਨੰਬਰ ਬੀ ਨੂੰ ਤੁਸੀਂ ਕਰੋਗੇ ਟਿਕ ਤੇ ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਜੀ, ਕੋਗਨੇਟਸ ਆਰ ਯੂਜ਼ਡ ਇਨ ਦਾ ਟੀਚਿੰਗ ਆਫ। ਕੋਗਨੇਟਸ ਨੂੰ ਯੂਜ਼ ਕੀਤਾ ਜਾਂਦਾ ਹੈ ਜੀ ਕੀ ਪੜਾਉਣ ਦੇ ਵਿੱਚ, ਕੀ ਉਹ ਗ੍ਰਾਮਰ ਹੈ, ਸਪੀਕਿੰਗ ਸਕਿੱਲ ਹੈ, ਵੋਕੈਬਲਰੀ ਹੈ ਜਾਂ ਫਿਰ ਲਿਸਨਿੰਗ ਸਕਿੱਲ ਹੈ। ਤੁਸੀਂ ਇਹਨਾਂ ਯਾਦ ਕਰ ਲਿਓ ਜੀ, ਕੋਗਨੇਟਸ ਨੂੰ ਯੂਜ਼ ਕੀਤਾ ਜਾਂਦਾ ਹੈ ਟੀਚਿੰਗ ਦੇ ਵਿੱਚ ਜਦੋਂ ਆਪਾਂ ਵੋਕੈਬਲਰੀ ਸਿਖਾਉਣੀ ਹੁੰਦੀ ਹੈ ਬੱਚਿਆਂ ਨੂੰ, ਠੀਕ ਹੈ ਜੀ। ਜਦੋਂ ਉਹਨਾਂ ਦੀ ਡਿਕਸ਼ਨਰੀ ਦੇ ਵਿੱਚ ਜਦੋਂ ਆਪਾਂ ਨਵੇਂ ਵਰਡ ਐਡ ਕਰਵਾਉਂਦੇ ਆ ਫਿਰ ਆਪਾਂ ਕੋਗਨੇਟਸ ਦੀ ਵਰਤੋਂ ਕਰਦੇ ਆ। ਕੋਗਨੇਟਸ ਆਰ ਯੂਜ਼ਡ ਇਨ ਦਾ ਟੀਚਿੰਗ ਆਫ ਵੋਕੈਬਲਰੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਅਗਲੇ ਪ੍ਰਸ਼ਨ ਨੂੰ ਵੇਖਦੇ ਆ। ਰੋਲ ਪਲੇ, ਗਰੁੱਪ ਡਿਸਕਸ਼ਨ, presentation and mock interviews are example of activities that help ਮਤਲਬ ਇਹ ਇਨਸਟਰੂਮੈਂਟ ਹੁੰਦਾ ਇੱਕ ਮੈਜ਼ਰ ਕਰਨ ਵਾਲਾ। ਸੋ ਇਹਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਕਿ ਜਿਹੜਾ ਰੋਲ ਪਲੇ ਹੈ, ਗਰੁੱਪ ਡਿਸਕਸ਼ਨ ਹੈ, ਪ੍ਰੈਜੈਂਟੇਸ਼ਨ ਹੈ ਤੇ ਮੌਕ ਇੰਟਰਵਿਊਜ਼ ਹੈ, ਆਰ ਐਗਜ਼ਾਮਪਲ ਆਫ ਐਕਟੀਵਿਟੀਜ਼ ਦੈਟ ਹੈਲਪ ਗੇਜ ਦ, ਮਤਲਬ ਕੀ ਗੇਜ ਕਰਨ ਦੇ ਵਿੱਚ, ਕੀ ਮੈਜ਼ਰ ਕਰਨ ਦੇ ਵਿੱਚ ਇਹ ਚੀਜ਼ਾਂ ਮਦਦ ਕਰਦੀਆਂ ਨੇ। ਰੀਡਿੰਗ ਸਕਿੱਲ ਆਫ ਐਗਜ਼ਾਮਿਨੀ, ਸਪੀਕਿੰਗ ਸਕਿੱਲ ਆਫ ਐਗਜ਼ਾਮਿਨੀ, ਰਾਈਟਿੰਗ ਸਕਿੱਲ ਆਫ ਐਗਜ਼ਾਮਿਨੀ ਜਾਂ ਫਿਰ ਨਨ ਆਫ ਦ ਅਬਵ। ਇੱਥੇ ਤੁਹਾਡਾ ਕੀ ਜਵਾਬ ਹੋਏਗਾ ਜੀ, ਜਦੋਂ ਆਪਾਂ ਰੋਲ ਪਲੇ ਕਰਦੇ ਆਂ, ਡਰਾਮੇਟਾਈਜੇਸ਼ਨ ਕਰਦੇ ਆਂ, ਗਰੁੱਪ ਡਿਸਕਸ਼ਨ ਕਰਦੇ ਆਂ, ਇਹਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਬੱਚਾ ਕੁਝ ਰੀਡ ਕਰ ਰਿਹਾ ਹੁੰਦਾ? ਬਿਲਕੁਲ ਨਹੀਂ। ਕੀ ਬੱਚਾ ਰਾਈਟ ਕਰ ਰਿਹਾ ਹੁੰਦਾ? ਰਾਈਟ ਵੀ ਨਹੀਂ ਕਰ ਰਿਹਾ ਹੁੰਦਾ। ਜੇਕਰ ਆਪਾਂ ਗੱਲ ਕਰੀਏ ਸਪੀਕ ਜ਼ਰੂਰ ਕਰ ਰਿਹਾ ਹੁੰਦਾ। ਤੇ ਇੱਥੇ ਕੀ ਜਵਾਬ ਬਣੇਗਾ ਜੀ, ਆਪਸ਼ਨ ਨੰਬਰ ਬੀ, ਰੀਡਿੰਗ ਸਕਿੱਲ ਆਫ ਦਾ ਐਗਜ਼ਾਮਿਨੀ। ਆਪਸ਼ਨ ਨੰਬਰ ਬੀ ਨੂੰ ਤੁਸੀਂ ਕਰੋਗੇ ਟਿਕ ਤੇ ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਰੀਨਾ ਇਜ਼ ਟ੍ਰਾਈਂਗ ਟੂ ਲਰਨ ਹਾਊ ਟੂ ਸਪੈਲ ਦ ਵਰਡ ਪ੍ਰੈਕਟੀਕਲ। ਸ਼ੀ ਰਿਪੀਟਸ PRACTICAL, ਮਤਲਬ ਹੌਲੀ ਹੌਲੀ ਇਹਨੂੰ ਪੜਨ ਦੀ ਕੋਸ਼ਿਸ਼ ਕਰ ਰਹੀ ਹੈ ਆਪਦੇ ਆਪ ਨਾਲ। ਮਤਲਬ ਕਿ ਕੋਈ ਜਿਹੜਾ ਵਰਡ ਹੈ ਪ੍ਰੈਕਟੀਕਲ ਉਹਨੂੰ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹ ਵਾਰ-ਵਾਰ ਖੁਦ ਹੀ ਜੋੜ ਕੇ ਉਹਨੂੰ ਸਿੱਖ ਰਹੀ ਹੈ ਤੇ ਉਹ ਬਹੁਤ ਵਾਰ ਕਰਦੀ ਹੈ until she can spell the word। ਵੀ ਉਹਨੂੰ ਇਹ ਪਤਾ ਕਿ ਮੈਂ ਇਹਨੂੰ ਬੋਲਣਾ ਕਿਵੇਂ ਆ ਬਟ ਉਹ ਬੋਲ ਨਹੀਂ ਪਾ ਰਹੀ ਤੇ ਮਤਲਬ ਇਹ ਸਾਰਾ ਕੁਝ ਕਰ ਕੀ ਰਹੀ ਹੈ ਉਹ। the memory strategy she is using is, ਕਈ ਵਾਰ ਆਪਾਂ ਵੀ ਕਈ ਵਾਰ ਟੀਚਰਸ ਤੋਂ ਵਰਡ ਪੁੱਛ ਲੈਂਦੇ ਆ ਕਿ ਸਰ ਆਹ ਦੱਸਿਓ, ਇਹ ਆਪਾਂ ਨੂੰ ਪ੍ਰੋਨਾਂਸ ਕਰਨਾ ਨਹੀਂ ਆ ਰਿਹਾ ਤੇ ਕਈ ਵਾਰ ਆਪਾਂ ਵੀ ਛੋਟੇ ਹੁੰਦਿਆਂ ਕਾਫੀ ਵਰਡ ਐਵੇਂ ਪ੍ਰੋਨਾਂਸ ਕਰਨ ਦੀ ਕੋਸ਼ਿਸ਼ ਕੀਤੀ ਹੋਗੀ। ਸੋ ਉਹ ਕੀ ਹੈ, ਕਿਉਂ ਐਲੈਬੋਰੇਸ਼ਨ ਹੈ, ਕਿਉਂ ਆਰਗੇਨਾਈਜੇਸ਼ਨ ਹੈ, ਕਿਉਂ ਨਿਮੋਨਿਕਸ ਹੈ ਜਾਂ ਫਿਰ ਉਹ ਰਿਹਰਸਲ ਹੈ। ਠੀਕ ਹੈ ਜੀ, ਇੱਥੇ ਤੁਹਾਡਾ ਸਹੀ ਜਵਾਬ ਹੋਏਗਾ ਜੀ ਰਿਹਰਸਲ। ਮੇਨਲੀ ਆਪਾਂ ਰਿਹਰਸਲ ਹੀ ਕਰ ਰਹੇ ਹੁੰਦੇ ਆ ਨਾ, ਜਦੋਂ ਵੀ ਆਪਾਂ ਉਹ ਵਰਡ ਕੀ ਹੈ ਜੀ ਆਪਾਂ ਉਸ ਵਰਡ ਨੂੰ ਬੋਲਣ ਦੀ ਜਿਹੜੀ ਪ੍ਰੈਕਟਿਸ ਕਰ ਰਹੇ ਆ ਨਾ, ਕਿਉਂਕਿ ਆਪਾਂ ਨੂੰ ਪਤਾ ਵੀ ਬੋਲਣਾ ਕਿਵੇਂ ਆ, ਫੇਰ ਹੀ ਆਪਾਂ ਜੋੜ ਕੇ ਪੜ ਰਹੇ ਆ। ਸੋ ਆਪਸ਼ਨ ਨੰਬਰ ਕੀ ਹੈ ਜੀ, ਡੀ ਇਜ਼ ਦਾ ਰਾਈਟ ਆਂਸਰ। ਚੱਲਦੇ ਆ ਜੀ ਅਗਲੇ ਪ੍ਰਸ਼ਨ ਤੇ। ਸੁਮਨ ਇਜ਼ ਅਨੇਬਲ ਟੂ ਪ੍ਰੋਨਾਉਂਸ ਦ ਵਰਡ ਸਮਾਈਲ ਐਂਡ ਸਕੂਲ ਕਲੀਅਰਲੀ। ਐਜ਼ ਅ ਟੀਚਰ what strategy would you think most appropriate in this situation। ਮੈਨੂੰ ਪਤਾ ਨਹੀਂ ਕਿਉਂ ਇਹ ਲੱਗ ਰਿਹਾ ਕਿ ਇਹ ਪ੍ਰਸ਼ਨ ਪਹਿਲਾਂ ਵੀ ਰਿਪੀਟ ਹੋ ਚੁੱਕਿਆ, ਬਟ ਕੋਈ ਗੱਲ ਨਹੀਂ, ਵੇਖਦੇ ਹਾਂ ਤੁਸੀਂ ਇਹਨੂੰ ਕਿੰਨਾ ਕੁ ਅਟੈਂਪਟ ਕਰ ਪਾਉਂਦੇ ਹੋ। ਕਿ ਸੁਮਨ ਨਾਮ ਦੀ ਇੱਕ ਬੱਚੀ ਹੈ, ਜਿਹੜਾ ਇੱਕ ਵਰਡ ਹੈ ਸਮਾਈਲ ਤੇ ਸਕੂਲ, ਉਹਨੂੰ ਉਹ ਬੋਲ ਨਹੀਂ ਪਾ ਰਹੀ। ਠੀਕ ਹੈ ਜੀ, ਮਤਲਬ ਉਹਨੂੰ ਬੋਲਣ ਦੇ ਵਿੱਚ ਉਹਨੂੰ ਦਿੱਕਤ ਹੋ ਰਹੀ ਹੈ ਤੇ ਤੁਸੀਂ ਇਸ ਤੋਂ ਕੀ ਅੰਦਾਜ਼ਾ ਲਗਾ ਸਕਦੇ ਹੋ? ਐਜ਼ ਅ ਟੀਚਰ ਤੁਸੀਂ ਕੀ ਕਰ ਸਕਦੇ ਹੋ ਉਹਦੇ ਲਈ? ਮੇਕ ਸੁਮਨ ਰਿਪੀਟ ਦ ਵਰਡ ਮੈਨੀ ਟਾਈਮਸ, ਕਿ ਹਾਂ ਵੀ ਸੁਮਨ ਬੱਚੇ ਇਸ ਵਰਡ ਨੂੰ ਵਾਰ-ਵਾਰ ਬੋਲਦੇ ਰਹੋ, ਕਿ ਸਕੂਲ ਬੋਲੋ, ਸਮਾਈਲ ਬੋਲੋ, ਵੀ ਵਾਰ-ਵਾਰ ਇਹਨੂੰ ਬੋਲਦੇ ਰਹੋ, ਰਿਪੀਟ ਕਰਦੇ ਰਹੋ। ਜਾਂ ਫਿਰ ਆਪਸ਼ਨ ਨੰਬਰ ਬੀ, ਮੇਕ ਸਮਨ pronounce these words after listening and understanding the meaning and sound pattern of the word and appreciate her when she pronounce them correctly। ਕਿ ਤੁਸੀਂ ਉਸ ਬੱਚੇ ਨੂੰ ਬੁਲਾਓ ਕੋਲ ਤੇ ਉਹਨੂੰ ਕੀ ਕਹੋ ਜੀ ਕਿ ਉਸ ਵਰਡ ਨੂੰ ਸਮਝੇ, ਉਹਦੀ ਮੀਨਿੰਗ ਨੂੰ ਕੀ ਕਰੇ ਜੀ ਤੇ ਉਹਦੇ ਸਾਊਂਡ ਪੈਟਰਨ ਨੂੰ ਫੋਲੋ ਕਰੇ ਐਂਡ ਅਪਰੀਸ਼ੀਏਟ ਕੀਤਾ ਜਾਵੇ ਜਦੋਂ ਉਹ ਉਹਨਾਂ ਨੂੰ ਕਰੈਕਟ ਕਰੇ। ਠੀਕ ਹੈ ਜੀ, ਜਾਂ ਫਿਰ ਉਹਨੂੰ ਹਿਊਮਿਲੇਟ ਕਰੋ, ਬੱਚੇ ਦੀ ਬੇਇੱਜ਼ਤੀ ਕਰੋ ਬੱਚੇ ਨੂੰ ਕਿ ਤੈਨੂੰ ਇਹ ਵਰਡ ਬੋਲਣਾ ਕਿਉਂ ਨਹੀਂ ਆ ਰਿਹਾ। ਜਾਂ ਫਿਰ ਆਪਸ਼ਨ ਨੰਬਰ ਡੀ, ਆਸਕਿੰਗ ਦ ਐਂਟਾਇਰ ਕਲਾਸ ਟੂ ਰਿਪੀਟ ਦ ਵਰਡ ਐਂਡ ਲੈਟ ਸਮਨ ਲਿਸਨ ਟੂ them। ਵੀ ਸਾਰੀ ਕਲਾਸ ਨੂੰ ਕਿਹਾ ਜਾਵੇ ਕਿ ਤੁਸੀਂ ਸਾਰੇ ਜਣੇ ਇਹ ਵਰਡ ਰੀਡ ਕਰੋ ਤੇ ਇਹਨੂੰ ਸਾਰੇ ਰਿਪੀਟ ਕਰੋ। ਵੈਸੇ ਦੋਸਤੋ ਮੈਨੂੰ ਜਿੱਥੇ ਤੱਕ ਯਾਦ ਆ ਕਿ ਇਹਦਾ ਆਪਸ਼ਨ ਨੰਬਰ ਵੈਸੇ ਤਾਂ ਬੀ ਹੋਣਾ ਆ, ਬਟ ਆਪਾਂ ਜੇਕਰ ਕੋਈ ਹੋਰ ਇੱਥੇ ਸੈਂਟੈਂਸ ਆ ਜਾਂਦਾ ਜਿਹੜਾ ਕਿ ਇਹਦੇ ਨਾਲੋਂ ਬੈਟਰ ਹੁੰਦਾ, ਜਿਹਦੇ ਵਿੱਚ ਮੇਨਲੀ ਆਡੀਓ ਵਿਜ਼ੂਅਲ ਏਡਸ ਦੀ ਵੀ ਵਰਤੋਂ ਕੀਤੀ ਗਈ ਹੁੰਦੀ, ਤੇ ਮੇਬੀ ਆਪਸ਼ਨ ਨੰਬਰ ਬੀ ਫਿਰ ਨਾ ਸਹੀ ਹੁੰਦਾ। ਬਟ ਆਪਾਂ ਇਹਨਾਂ ਚਾਰਾਂ ਆਪਸ਼ਨਾਂ ਨੂੰ ਜੇਕਰ ਵੇਖੀਏ ਧਿਆਨ ਨਾਲ ਤੇ ਆਪਾਂ ਨੂੰ ਸਾਰਿਆਂ ਨਾਲੋਂ ਜਿਹੜਾ ਵਧੀਆ ਆਨਸਰ ਵੇਖੇਗਾ ਉਹ ਵੇਖੇਗਾ ਜੀ ਆਪਸ਼ਨ ਨੰਬਰ ਬੀ, ਕਿ ਸੁਮਨ ਨੂੰ ਉਹ ਜਿਹੜਾ ਵਰਡ ਹੈ ਜੀ, ਸੋ ਮੇਕ ਸੁਮਨ pronounce these words after listening and understanding the meaning and sound pattern of the word and appreciate her when she pronounce them correctly। ਕਿ ਮਤਲਬ ਕੀ ਹੈ ਨਾ ਵੀ ਜਦੋਂ ਵਧੀਆ ਉਹ ਵਰਡ ਬੋਲੇ
ਤੇ ਮਤਲਬ ਇੱਕ ਉਹਨੂੰ ਸ਼ਾਬਾਸ਼ੀ ਟਾਈਪ ਵੀ ਦਿੱਤੀ ਜਾਵੇ। ਸੋ ਇਹ ਗੱਲ ਠੀਕ ਹੈ ਜੀ। ਇਹਨਾਂ ਜੇ ਆਪਾਂ ਬਾਕੀ ਤਿੰਨ ਆਪਸ਼ਨਾਂ ਦੇ ਵਿੱਚ ਵੇਖੀਏ, ਇਹਦੇ ਵਿੱਚ ਕਿਤੇ ਨਾ ਕਿਤੇ ਨੈਗੇਟਿਵ ਹੀ ਗੱਲ ਦੱਸੀ ਗਈ ਹੈ ਕਿ ਮੇਕ ਸਮਨ ਰਿਪੀਟ ਦ ਵਰਡ ਮੈਨੀ ਟਾਈਮਸ। ਇਹ ਗੱਲ ਤਾਂ ਬਿਲਕੁਲ ਗਲਤ ਹੋ ਜਾਏਗੀ ਜੀ। ਆਪਸ਼ਨ ਨੰਬਰ ਸੀ ਵੇਖੋ, ਹਿਊਮਿਲੇਟ ਕਰੋ, ਇਹ ਤਾਂ ਕਿਤੋਂ ਵੀ ਸਹੀ ਨਹੀਂ ਹੋ ਸਕਦਾ। ਆਸਕਿੰਗ ਦ ਐਂਟਾਇਰ ਕਲਾਸ ਟੂ ਰਿਪੀਟ ਦ ਵਰਡ, ਠੀਕ ਹੈ, ਮੰਨ ਲੈਂਦੇ ਆ ਕਿ ਸਾਰੀ ਕਲਾਸ ਨੂੰ ਆਪਾਂ ਇਹ ਜਿਹੜਾ ਟਾਸਕ ਹੈ ਜੀ ਦਿੱਤਾ ਤੇ ਫਿਰ ਬਾਅਦ ਵਿੱਚ ਉਹਨੂੰ ਸਿਮਨ ਲਿਸਨ ਕਰੇ, ਬਟ ਇੱਥੇ ਵੇਖੋ ਜਿਹੜਾ ਵਰਡ ਹੈ ਜੀ ਪ੍ਰੋਨਾਂਸ ਕਰੇਗੀ, ਠੀਕ ਹੈ ਜੀ, ਉਹਨੂੰ ਧਿਆਨ ਨਾਲ ਸੁਣੇਗੀ, ਉਸ ਤੋਂ ਬਾਅਦ ਉਹਨੂੰ ਅੰਡਰਸਟੈਂਡ ਕੀਤਾ ਜਾਏਗਾ ਸੁਮਨ ਦੁਆਰਾ, ਉਹਦੇ ਮੀਨਿੰਗ ਨੂੰ, ਉਹਦੇ ਸਾਊਂਡ ਪੈਟਰਨ ਨੂੰ, ਫਿਰ ਜਿਹੜਾ ਵਰਡ ਹੈ ਜੀ ਉਹ ਸਿੱਖਣ ਦੇ ਵਿੱਚ ਉਹਨੂੰ ਕਹਿ ਲਓ ਵੀ ਕਾਫੀ ਜ਼ਿਆਦਾ ਹੈਲਪ ਮਿਲੇਗੀ। ਸੋ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਫਲੂਐਂਸੀ ਇਨ ਇੰਗਲਿਸ਼ ਕੈਨ ਬੀ ਡਿਵੈਲਪਡ ਥਰੂ, ਜਿਹੜੀ ਫਲੂਐਂਸੀ ਹੈ ਇੰਗਲਿਸ਼ ਦੇ ਵਿੱਚ ਉਹਨੂੰ ਕਿਵੇਂ ਡਿਵੈਲਪ ਕੀਤਾ ਜਾ ਸਕਦਾ ਹੈ ਜੀ? ਕ੍ਰੀਏਟਿੰਗ ਅਪਰਚੂਨਿਟੀਜ਼ ਟੂ ਯੂਜ਼ ਦ ਟਾਰਗੇਟ ਲੈਂਗੁਏਜ ਫॉर ਕਮਿਊਨੀਕੇਸ਼ਨ। ਜਿਹੜੀ ਅਪਰਚੂਨਿਟੀਜ਼ ਆਪਾਂ ਅਪਰਚੂਨਿਟੀਜ਼ ਕ੍ਰੀਏਟ ਕਰਾਂਗੇ ਬੱਚੇ ਲਈ ਕਿ ਉਹ ਕੀ ਕਰੇ ਜੀ, ਟਾਰਗੇਟ ਲੈਂਗੁਏਜ, ਜਿਵੇਂ ਕਿ ਅੰਗਰੇਜ਼ੀ ਸਿੱਖਣੀ ਹੈ, ਅੰਗਰੇਜ਼ੀ ਕੀ ਹੈ ਜੀ, ਟਾਰਗੇਟ ਲੈਂਗੁਏਜ ਹੈ, ਕਿ ਉਹਨੂੰ ਸਿੱਖਣ ਲਈ ਕੀ ਕਰੇ ਜੀ, ਉਹਨਾਂ ਅਪਰਚੂਨਿਟੀਜ਼ ਨੂੰ ਯੂਜ਼ ਕਰੇ, ਠੀਕ ਹੈ ਜੀ, ਕਮਿਊਨੀਕੇਸ਼ਨ ਲਈ। ਆਪਸ਼ਨ ਨੰਬਰ B, ਦ ਟੀਚਰ ਟਾਕਿੰਗ ਫॉर द मोस्ट ऑफ द टाइम, ਵੀ ਟੀਚਰ ਗੱਲਾਂ ਹੀ ਕਰਦੀ ਰਹੇ ਹਰ ਟਾਈਮ, टीचर टॉकिंग फॉर मोस्ट ऑफ द टाइम। या फिर ऑप्शन नंबर C, द टीचर बीइंग अलर्ट टू स्पॉट द एरर्स एंड करेक्ट देम, भी टीचर हर वेले ओदियां गलतियां ही करती रहे। या फिर allowing student who are not confident to have the freedom to be quiet, ठीक है जी, ਜਿਹੜੇ ਸਟੂਡੈਂਟ ਹੈਗੇ ਆ ਜੀ who are not confident to have the freedom to be quiet, ਕਿ ਜਿਹੜੇ ਬੱਚੇ ਕੀ ਹੈ ਜੀ ਕੌਨਫੀਡੈਂਟ ਨਹੀਂ ਹੈਗੇ, ਉਹਨਾਂ ਨੂੰ ਚੁੱਪ ਰਹਿਣ ਦੀ ਆਜ਼ਾਦੀ ਦਿੱਤੀ ਜਾਵੇ। ਇਹ ਵੀ ਮੈਨੂੰ ਠੀਕ ਨਹੀਂ ਲੱਗ ਰਿਹਾ। ਬਟ ਆਪਸ਼ਨ ਨੰਬਰ ਫਸਟ ਵੇਖੋ, ਓਪਰਚੁਨਿਟੀਜ਼ ਵਰਗੇ ਵਰਡ ਜਦੋਂ ਆ ਜਾਣ ਨਾ ਇਕੱਠੇ ਹੀ ਸਾਰੇ, ਤੇ ਆਪਾਂ ਅੰਦਾਜ਼ਾ ਲਗਾ ਲੈਂਦੇ ਹੁੰਦੇ ਆ ਕਿ ਪੈਡਾਗੋਜੀ ਦੇ ਵਿੱਚ ਉਹੀ ਪ੍ਰਸ਼ਨ ਸਹੀ ਹੋਊਗਾ। ਕ੍ਰੀਏਟਿੰਗ ਅਪਰਚੁਨਿਟੀਜ਼ ਟੂ ਯੂਜ਼ ਅ ਟਾਰਗੇਟ ਲੈਂਗੁਏਜ ਫॉर ਕਮਿਊਨੀਕੇਸ਼ਨ, ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਟੀਚਰ ਹੈਲਪਸ ਲਰਨਰਸ ਟੂ ਕੰਸਟਰਕਟ देयर ਨੌਲੇਜ ਇਨ ਇੰਗਲਿਸ਼ ਬਾਈ, ਇਹ ਵੈਸੇ ਸੈਕੰਡ ਲਾਸਟ ਪ੍ਰਸ਼ਨ ਹੈ ਜੀ। ਇਹਦੇ ਵਿੱਚ ਟੀਚਰ ਕੀ ਕਹਿ ਰਿਹਾ ਹੈ ਜੀ, ਲਰਨਰਸ ਨੂੰ ਜਦੋਂ ਵੀ ਜਿਹੜੇ ਬੱਚੇ ਹੈਗੇ ਆ ਆਪਦੀ ਜਿਹੜੀ ਨੌਲੇਜ ਆ ਉਹ ਕੰਸਟਰਕਟ ਕਰਨਗੇ, ਮਤਲਬ ਉਹ ਕਿਵੇਂ ਕਰਨਗੇ? ਗਿਵਿੰਗ ਐਕਸਟੈਂਸਿਵ ਲੈਂਗੁਏਜ ਡ੍ਰਿਲਸ in which learners practice language items mechanically, या फिर enabling them to see the relationship between their prior knowledge and the new knowledge to be acquired, या फिर option number C, giving the learners a lot of assignment and projects that will lead to much practice, या फिर option number D, correcting every mistake that a learner make and providing him with the relevant tool of grammar as an immediate feedback। so ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਕੀ ਹੋਏਗਾ ਜੀ? ਵੈਸੇ ਤੁਹਾਨੂੰ ਯਾਦ ਹੈ ਕਿ ਜਦੋਂ ਵੀ ਬੱਚਾ ਆਪਦੀ ਜਿਹੜੀ ਨੌਲੇਜ ਹੈ ਉਹ ਕੰਸਟਰਕਟ ਕਰਦਾ ਕਿਵੇਂ ਆ, ਉਹਦੇ ਕੋਲ ਪਹਿਲਾਂ ਕੋਈ ਜਾਣਕਾਰੀ ਹੋਊਗੀ ਫੇਰ ਹੀ ਕਰੂਗਾ ਨਾ। ਪਹਿਲਾਂ ਉਹਨੂੰ ਕੋਈ ਜਾਣਕਾਰੀ ਹੋਊਗੀ, ਉਹਦੇ ਆਧਾਰ ਤੇ ਉਹ ਨਵੀਂ ਜਿਹੜੀ ਜਾਣਕਾਰੀ ਹੈ ਜੀ, ਠੀਕ ਹੈ ਜੀ, ਉਹ ਰਿਸਰਚ ਵਗੈਰਾ ਕਰਕੇ ਉਹ ਨਵੀਂ ਜਿਹੜੀ ਜਾਣਕਾਰੀ ਹੈ ਜੀ ਜਾਂ ਫਿਰ ਨਵੀਂ ਨੌਲੇਜ ਹੈ ਜੀ ਉਹ ਕੰਸਟਰਕਟ ਕਰਦਾ ਹੈ। ਸੋ ਆਪਸ਼ਨ ਨੰਬਰ B ਦੇ ਵਿੱਚ ਹੀ ਮੈਨੂੰ ਇਹ ਗੱਲ ਵਿਖ ਰਹੀ ਹੈ, enabling them to see the relationship between their prior knowledge and the new knowledge to be acquired। so option number B is the right answer। ਤੇ ਆਪਾਂ ਚੱਲਾਂਗੇ ਜੀ ਅੱਜ ਤੋਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਹੈ। the science of language is called, ਲੈਂਗੁਏਜ ਦੀ ਸਾਇੰਸ ਨੂੰ ਕੀ ਕਿਹਾ ਜਾਂਦਾ ਹੈ ਜੀ? ਇਹ ਆਪਾਂ ਕਾਫੀ ਵਾਰ ਆਪਾਂ ਡਿਸਕਸ ਕਰ ਚੁੱਕੇ ਹਾਂ ਜੀ। ਜੋ ਇੱਥੇ ਜਿਹੜਾ ਸਹੀ ਜਵਾਬ ਹੈ ਜੀ, ਲੈਂਗੁਏਜ ਆਫ ਸਾਇੰਸ ਨੂੰ ਆਪਾਂ ਕਹਿੰਦੇ ਆ ਜੀ ਲਿੰਗੁਇਸਟਿਕਸ। ਕੀ ਕਹਿੰਦੇ ਆ ਜੀ? ਲਿੰਗੁਇਸਟਿਕ ਕਹਿੰਦੇ ਆ। ਤੇ ਤੁਸੀਂ ਪੁੱਛੋਗੇ ਕਿ ਸਰ ਫੋਨੈਟਿਕਸ ਕੀ ਹੁੰਦਾ ਹੈ ਤੇ ਸਿਮੈਂਟਿਕਸ ਕੀ ਹੁੰਦਾ ਹੈ, ਇਹਦੇ ਬਾਰੇ ਵੀ ਦੱਸ ਦਿੱਤਾ ਜਾਵੇ। ਫੋਨੈਟਿਕਸ ਹੁੰਦਾ ਹੈ ਜੀ ਸਟੱਡੀ ਆਫ ਹਿਊਮਨ ਸਪੀਚ ਸਾਊਂਡ, ਠੀਕ ਹੈ ਜੀ, ਜਾਂ ਫਿਰ ਤੁਸੀਂ ਮੰਨ ਲਓ ਕਿ ਸਪੀਚ ਸਾਊਂਡ ਜਿਹੜੀ ਹੁੰਦੀ ਹੈ ਉਹਦੀ ਸਟੱਡੀ ਨੂੰ ਫੋਨੈਟਿਕਸ ਕਹਿੰਦੇ ਹੋ। ਤੇ ਸਿਮੈਂਟਿਕਸ ਕਹਿੰਦੇ ਹੋ ਜੀ ਸਟੱਡੀ ਆਫ ਮੀਨਿੰਗ ਆਫ ਵਰਡਸ ਐਂਡ ਫਰੇਜ਼ਸ। ਕੀ ਹੁੰਦੀ ਹੈ ਜੀ ਸਿਮੈਂਟਿਕਸ? ਸਟੱਡੀ ਆਫ ਦ ਮੀਨਿੰਗ ਆਫ ਵਰਡਸ ਐਂਡ ਫਰੇਜ਼ਸ, ਤੁਸੀਂ ਉਹਨੂੰ ਕਹਿੰਦੇ ਹੋ ਜੀ ਸਿਮੈਂਟਿਕਸ। ਤੇ ਇਹ ਅੱਜ ਦੇ ਆਪਣਾ ਜਿਹੜਾ ਲਾਸਟ ਪ੍ਰਸ਼ਨ ਸੀਗਾ ਜੀ। ਉਮੀਦ ਕਰਦਾ ਹਾਂ ਤੁਸੀਂ ਸੈਸ਼ਨ ਨੂੰ ਜਰੂਰ ਇੰਜੋਏ ਕੀਤਾ ਹੋਊਗਾ। ਜੇਕਰ ਸੈਸ਼ਨ ਨੂੰ ਇੰਜੋਏ ਕੀਤਾ ਹੈ ਤੇ ਚੈਨਲ ਦੇ ਸਬਸਕ੍ਰਾਈਬ ਬਟਨ ਤੇ ਜਰੂਰ ਕਲਿੱਕ ਕਰਿਓ ਜੀ, ਤੇ ਉਹਦੇ ਨਾਲ ਇੱਕ ਜਿਹੜਾ ਬੈਲ ਆਈਕਨ ਹੋਏਗਾ ਤੁਸੀਂ ਉਹਨੂੰ ਵੀ ਪ੍ਰੈਸ ਕਰ ਲੈਣਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਦੇ ਦੋਸਤਾਂ ਨਾਲ ਸ਼ੇਅਰ ਕਰਨਾ ਹੈ। ਸੋ ਸਾਨੂੰ ਦਿਓ ਇਜਾਜ਼ਤ, ਆਪਾਂ ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ। ਸੋ ਅੱਜ ਦੇ ਲਈ ਇੰਨਾ ਹੀ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।